एक घंटा उत्थे ना अद्धा घंटा जानी कि मोहरे जो दूजा बैड लगा उत्थे अद्धा घंटा पाई रखिया उन्होंने। डॉक्टर इत्थे कुर्सी ते बैठे रहे, डॉक्टर दे नाल दो मुंडे होर सीगे, उन्हें नशा कीता आ फुल। वो नहीं उठ के उन्हें एक बारी भी नब्ज तक नहीं उन्हें चेक की हैगी। स्टाफ ने भी हाका मारियां आ जी। और की पता कित्थे चले गया ਕੀ ਉਦੋਂ ਕੀ ਨਸ਼ਾ ਕੀਤਾ ਲੱਗਦਾ ਸੀ ਕਿਦਾਂ नशा कीता जी, कीता ही नशा। ਤੁਸੀਂ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਇਦਾਂ ਦੇ ਬੰਦੇ ਨੂੰ ਘਰੇ ਬਿਠਾ ਲਓ। ਇਦਾਂ ਦੇ ਬੰਦੇ ਕੋਈ ਹੋਰ ਬੰਦਾ ਮਾਰ ਦੂ, ਅੱਜ ਤਾਂ ਸਾਡੀ ਬੁੜੀ ਮਰ ਗਈ, ਕੱਲ ਨੂੰ ਹੋਰ ਕਿਸੇ ਨੂੰ ਮਾਰ ਦੇਣਗੇ। ਹਸਪਤਾਲ ਦੇ ਅੰਦਰ ਸਿਗਰਟ, ਸ਼ਰਾਬ ਅਤੇ ਕੋਈ ਵੀ ਨਸ਼ੀਲੀ ਚੀਜ਼ ਦੀ ਵਰਤੋਂ ਕਰਨ ਦੀ ਸਖਤ ਮਨਾਹੀ ਹੈ। ਨਹੀਂ ਅਸੀਂ ਦੱਸਿਆ ਮਰੀਜ਼ ਸਾਡਾ ਤੜਫਦਾ, ਡਾਕਟਰ ਦਾ ਪਤਾ ਹੀ ਲੱਗਦਾ ਵੀ ਡਾਕਟਰ ਹੈ ਕਿ ਕੌਣ ਬੈਠਾ, ਕਿ ਲਾਗੇ ਹੋਰ ਨਾਲ ਬੈਠਾ ਬੰਦਾ। ਮੈਂ ਪੁੱਛੀ ਜਾਂਦਾ ਉਹ ਡਾਕਟਰ ਕਿਹੜਾ ਤੁਹਾਡੇ ਤੋਂ, ਡਾਕਟਰ ਕਿਹੜਾ? ਮੈਂ ਤਾਂ ਅੱਜ ਦੇਖਿਆ ਹੀ ਨਵਾਂ ਉਹ। ਮੈਂ ਕਿਹਾ ਡਾਕਟਰ ਕਿਹੜਾ? ਡਾਕਟਰ ਕਿਹੜਾ? ਬੋਲਦੇ ਹੀ ਨਹੀਂ, ਉਹ ਬੋਲਦਾ ਹੀ ਨਹੀਂ। ਐ ਅੱਖਾਂ ਆ ਚੱਕੀਆਂ ਸੀ ਉਹਦੀਆਂ। ਇਹ ਤਸਵੀਰਾਂ ਹਨ ਜਲੰਧਰ ਜ਼ਿਲ੍ਹੇ ਦੇ ਪਿੰਡ ਬਡਾਲਾ ਦੇ ਸਰਕਾਰੀ ਹਸਪਤਾਲ ਦੀਆਂ, ਜਿੱਥੇ ਪਿੰਡ ਵਾਸੀਆਂ ਨੇ ਸਰਕਾਰੀ ਡਾਕਟਰ ਤੇ ਇਲਾਜ ਵਿੱਚ ਅਣਗਹਿਲੀ ਕਾਰਨ ਅਤੇ ਨਸ਼ਾ ਕਰਕੇ ਡਿਊਟੀ ਦੇਣ ਦੇ ਦੋਸ਼ ਲਗਾਏ ਹਨ, ਜਿਸ ਕਾਰਨ ਪਿੰਡ ਬੰਡਾਲਾ ਦੀ ਸੱਤਿਆ ਦੇਵੀ ਉਮਰ 55 ਸਾਲ ਦੀ ਮੌਤ ਹੋ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਲਬੀਰ ਕੁਮਾਰ ਵਾਸੀ ਪਿੰਡ ਮੰਡ ਨੇ ਦੱਸਿਆ ਕਿ ਉਸਦੇ ਮਾਤਾ ਸੱਤਿਆ ਦੇਵੀ 1 ਜੁਲਾਈ ਤੋਂ ਇੱਥੇ ਦਾਖਲ ਸਨ। ਬੀਤੀ ਰਾਤ ਉਹ ਹਸਪਤਾਲ ਦੇ ਬਾਥਰੂਮ ਵਿੱਚ ਡਿੱਗ ਪਏ, ਜਿਸ ਨੂੰ ਉਹਨਾਂ ਵੱਲੋਂ ਸਟਾਫ ਦੀ ਸਹਾਇਤਾ ਨਾਲ ਮੁੜ ਬੈੱਡ ਤੇ ਲਿਟਾ ਦਿੱਤਾ ਗਿਆ। ਪਰ ਡਿਊਟੀ ਤੇ ਤਾਇਨਾਤ ਡਾਕਟਰ ਮਨ ਸਿੰਘ ਵੱਲੋਂ ਉਹਨਾਂ ਦੀ ਮਾਤਾ ਦਾ ਕੋਈ ਵੀ ਚੈੱਕਅਪ ਤੱਕ ਨਹੀਂ ਕੀਤਾ ਗਿਆ, ਬਲਕਿ ਉਹ ਪੂਰੀ ਤਰ੍ਹਾਂ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਉਹਨਾਂ ਕੋਲ ਚੰਗੀ ਤਰ੍ਹਾਂ ਬੈਠਿਆ ਵੀ ਨਹੀਂ ਸੀ ਜਾ ਰਿਹਾ। ਆਪਣੀ ਮਾਤਾ ਦੀ ਹਾਲਤ ਜ਼ਿਆਦਾ ਵਿਗੜਦੀ ਦੇਖ ਕੇ ਉਹਨਾਂ ਵੱਲੋਂ ਮਾਤਾ ਜੀ ਨੂੰ ਕਿਸੇ ਹੋਰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੀ ਮੌਤ ਹੋ ਗਈ। ਇਸ ਦੌਰਾਨ ਸਰਪੰਚ ਸਰਬੀ ਸਿੰਘ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣਾ ਵੱਲੋਂ ਐਸਐਮਓ ਡਾਕਟਰ ਅਸ਼ਵਨੀ ਕੁਮਾਰ ਜੀ ਨੂੰ ਫੋਨ ਤੇ ਸਾਰੀ ਘਟਨਾ ਦੱਸੀ ਗਈ ਅਤੇ ਉਹ ਰਾਤ ਨੂੰ ਹੀ ਮੌਕੇ ਤੇ ਪਹੁੰਚ ਗਏ। ਐਸਐਮਓ ਡਾਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸਰਪੰਚ ਸਾਹਿਬ ਦੇ ਫੋਨ ਕਰਨ ਤੇ ਉਹ ਹਸਪਤਾਲ ਵਿਖੇ ਪਹੁੰਚੇ ਸਨ, ਪਰ ਡਿਊਟੀ ਤੇ ਤਾਇਨਾਤ ਗੈਰ ਹਾਜ਼ਰ ਸੀ ਅਤੇ ਉਹਨਾਂ ਵੱਲੋਂ ਇਹ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਜੋ ਵੀ ਬਣਦੀ ਵਿਭਾਗੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਮ੍ਰਿਤਕ ਦੇ ਪਰਿਵਾਰ ਅਤੇ ਸਰਪੰਚ ਸਰਬੀ ਸਿੰਘ ਨੇ ਅਣਗਹਿਲੀ ਵਰਤਣ ਵਾਲੇ ਡਾਕਟਰ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਬੋਤਲਾਂ ਮੁੱਕੀਆਂ ਤੋਂ ਬਾਅਦ ਉਹ ਕਹਿੰਦੇ ਮੜਾ ਬਾਥਰੂਮ ਜਾਣਾ, ਬਾਥਰੂਮ ਗਏ। ਉਹ ਜਾਣੀ ਕਿ ਉੱਥੇ ਬਾਥਰੂਮ ਆਪ ਹੀ ਗਏ ਕਿ ਨਾਲ ਕੋਈ ਗਿਆ? ਨਾਲ ਗਏ ਹਾਂਜੀ। ਤੇ ਅਸੀਂ ਨਾਲ ਗਏ ਨਾ, ਜੋ ਨਹੀਂ ਕੋਈ ਗਿਆ। ਤੇ ਉਦੋਂ ਬਾਅਦ ਦੇ ਵਿੱਚ ਜਦੋਂ ਦੇਖਿਆ ਮਾਤਾ ਹੁਣ ਕੋਈ ਦਰਵਾਜ਼ਾ ਅੰਦਰ ਨੂੰ ਖੁੱਲਦਾ, ਮਾਤਾ ਗਲੀ ਅੰਦਰ ਬਹਿ ਗਈ ਜਾ ਕੇ। ਉਦੋਂ ਬਾਅਦ ਉਦੋਂ ਹੀ ਪਤਾ ਲੱਗਾ ਜਦੋਂ ਮਾਤਾ ਡੈਪੇ, ਅਸੀਂ ਬੜੀ ਮੁਸ਼ਕਲ ਦੇ ਨਾਲ ਕੁੰਡਾ ਖੋਲ ਕੇ ਚੱਕ ਕੇ ਲੈ ਕੇ ਆਏ, ਬਾਹਰ ਲੈ ਕੇ ਆਏ ਆ। ਇੱਕ ਜਿਹਦਾ ਦਰਵਾਜ਼ਾ ਬਾਹਰ ਨੂੰ ਖੁੱਲਦਾ ਹੁੰਦਾ ਫਿਰ ਤਾਂ ਮਿੰਟੋ ਮਿੰਟ ਉਦੋਂ ਹੀ ਚੱਕ ਲੈਂਦੇ। ਅਸੀਂ ਚੱਕ ਕੇ ਲਿਆ ਕੇ 1 ਘੰਟਾ ਉੱਥੇ ਨਾ ਅੱਧਾ ਘੰਟਾ ਜਾਣੀ ਕਿ ਉਹ ਮੋਹਰੇ ਜਿਹੜਾ ਦੂਜਾ ਬੈੱਡ ਲੱਗਾ ਉੱਥੇ ਅੱਧਾ ਘੰਟਾ ਪਾਈ ਰੱਖਿਆ ਉਹਨੂੰ। ਡਾਕਟਰ ਇੱਥੇ ਕੁਰਸੀ ਤੇ ਬੈਠੇ ਰਹੇ, ਡਾਕਟਰ ਦੇ ਨਾਲ ਦੋ ਮੁੰਡੇ ਹੋਰ ਸੀਗੇ, ਉਹਨੇ ਨਸ਼ਾ ਕੀਤਾ ਆ ਫੁੱਲ। ਉਹ ਨਹੀਂ ਉੱਠ ਕੇ ਉਹਨੇ ਇੱਕ ਵਾਰੀ ਵੀ ਨਬਜ ਤੱਕ ਨਹੀਂ ਉਹਨੇ ਚੈੱਕ ਕੀਤੀ ਹੈਗੀ। ਸਟਾਫ ਨੇ ਵੀ ਹਾਕਾ ਮਾਰੀਆਂ ਆ। ਅੱਛਾ, ਜਦੋਂ ਮਰੀਜ਼ ਉੱਥੇ ਡਿੱਗ ਗਿਆ ਅੱਧਾ ਘੰਟਾ ਹੋਇਆ ਸੀ ਡਿੱਗਿਆ ਨੂੰ, ਤੁਸੀਂ ਡਾਕਟਰ ਸਾਹਿਬ ਨੂੰ ਦੱਸਿਆ ਵੀ? ਡਾਕਟਰ ਨੂੰ ਦੱਸਿਆ, ਬੈੱਡ ਤੇ ਪਿਆ ਸੀਗਾ। ਸਟਾਫ ਵੀ ਹਾਕਾ ਮਾਰਦਾ ਵੀ ਚੈੱਕ ਕਰ ਲਓ, ਕੋਈ ਕੁੜੀ ਵੀ ਹਾਕ ਮਾਰਦੀ, ਇਹ ਦੂਜਾ ਆਪਣੇ ਮੁੰਡੇ ਵੀ ਤੇ ਹਾਕਾ ਮਾਰਦੇ ਵੀ ਹਾਂ ਵੀ ਆ ਜਾ ਚੈੱਕ ਕਰ ਲਓ, ਡਾਕਟਰ ਸਾਹਿਬ ਚੈੱਕ ਕਰ ਲਓ। ਨਰਸਿੰਗ ਸਟਾਫ ਨੇ ਆਵਾਜ਼ ਮਾਰੀ ਡਾਕਟਰ ਸਾਹਿਬ ਨੂੰ? ਉਹਨੇ ਮਾਰੀ ਆ, ਡਾਕਟਰ ਸਾਹਿਬ ਨੇ ਇੱਕ ਵਾਰੀ ਨਹੀਂ ਉੱਠ ਕੇ ਦੇਖਿਆ ਹੈਗਾ। ਤੇ ਇੱਥੇ ਜਾਣੀ ਕਿ ਉਹ ਇੱਥੇ ਬੈਠ ਰਿਹਾ ਤੋਣੇ ਤਾਂ ਸਿੱਟ ਕੇ ਬਸ ਉਹ ਕੁਛ ਨਹੀਂ, ਉਹਦਾ ਨਸ਼ਾ ਪੂਰਾ ਕੀਤਾ। ਹੁਣ ਮਰੀਜ਼ ਆਪਣਾ ਕਿੱਥੇ? ਮਰੀਜ਼ ਇਸ ਟਾਈਮ ਪੂਰੀ ਡੈਥ ਹੋ ਗਈ ਹੈ ਮਰੀਜ਼ ਸਾਡੇ ਦੀ। ਹਸਪਤਾਲ ਦੇ ਅੰਦਰ ਸਿਗਰਟ, ਸ਼ਰਾਬ ਅਤੇ ਕੋਈ ਵੀ ਨਸ਼ੀਲੀ ਚੀਜ਼ ਦੀ ਵਰਤੋਂ ਕਰਨ ਦੀ ਸਖਤ ਮਨਾਹੀ ਹੈ। ਹਾਂਜੀ, ਫਿਰ ਕੀ ਕਹਿਣਾ ਚਾਹੁੰਦੇ, ਕੀ ਹੋਇਆ ਅੱਜ ਜੀ? ਹੁਣ ਨਹੀਂ ਅਸੀਂ ਦੱਸਿਆ ਮਰੀਜ਼ ਸਾਡਾ ਤੜਫਦਾ, ਡਾਕਟਰ ਦਾ ਪਤਾ ਹੀ ਲੱਗਦਾ ਵੀ ਡਾਕਟਰ ਹੈ ਕਿ ਕੌਣ ਬੈਠਾ, ਕਿ ਲਾਗੇ ਹੋਰ ਨਾਲ ਬੈਠਾ ਬੰਦਾ। ਮੈਂ ਪੁੱਛੀ ਜਾਂਦਾ ਉਹ ਡਾਕਟਰ ਕਿਹੜਾ ਤੁਹਾਡੇ ਤੋਂ, ਡਾਕਟਰ ਕਿਹੜਾ? ਮੈਂ ਤਾਂ ਅੱਜ ਦੇਖਿਆ ਹੀ ਨਵਾਂ ਉਹ। ਮੈਂ ਕਿਹਾ ਡਾਕਟਰ ਕਿਹੜਾ? ਡਾਕਟਰ ਕਿਹੜਾ? ਬੋਲਦੇ ਹੀ ਨਹੀਂ, ਉਹ ਬੋਲਦਾ ਹੀ ਨਹੀਂ। ਐ ਅੱਖਾਂ ਆ ਚੱਕੀਆਂ ਸੀ ਉਹਦੀਆਂ। ਇਹ ਕਿੱਥੇ ਚਲੇ ਗਿਆ ਹੁਣ ਡਾਕਟਰ ਜੀ? ਔਰ ਕੀ ਪਤਾ ਕਿੱਥੇ ਚਲੇ ਗਿਆ? ਕੀ ਉਦੋਂ ਕੀ ਨਸ਼ਾ ਕੀਤਾ ਲੱਗਦਾ ਸੀ ਕਿਦਾਂ? ਨਸ਼ਾ ਕੀਤਾ ਜੀ, ਕੀਤਾ ਹੀ ਨਸ਼ਾ। ਤੁਸੀਂ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਇਦਾਂ ਦੇ ਬੰਦੇ ਨੂੰ ਘਰੇ ਬਿਠਾ ਲਓ। ਇਦਾਂ ਦੇ ਬੰਦੇ ਕੋਈ ਹੋਰ ਬੰਦਾ ਮਾਰ ਦੂ, ਅੱਜ ਤਾਂ ਸਾਡੀ ਬੁੜੀ ਮਰ ਗਈ, ਕੱਲ ਨੂੰ ਹੋਰ ਕਿਸੇ ਨੂੰ ਮਾਰ ਦੇਣਗੇ। ਮੇਰੀ ਡਿਊਟੀ ਸੀਗੀ। ਕੀ ਨਾਮ ਹੈ ਤੁਹਾਡਾ ਮੈਡਮ? ਨਵਜੋਤ। ਠੀਕ ਹੈ ਜੀ। ਹਾਂਜੀ, ਕੀ ਹੋਇਆ ਜੀ? ਜਿਵੇਂ ਪੇਸ਼ੈਂਟ ਸੀਗਾ ਸਾਡੇ ਕੋਲ, ਉਹਦੀ ਟ੍ਰੀਟਮੈਂਟ ਚੱਲਦੀ ਪਈ ਸੀ, ਬਿਲਕੁਲ ਠੀਕ ਸੀਗੇ ਪੇਸ਼ੈਂਟ। ਤੇ ਜਿਵੇਂ ਉਹਨੂੰ ਸਾਰੀ ਟ੍ਰੀਟਮੈਂਟ ਦਿੱਤੀ, ਮੈਂ ਸਾਰੀ ਮੈਡੀਸਨ ਕੀਤੀ। ਇਸ ਤੋਂ ਬਾਅਦ ਪੇਸ਼ੈਂਟ ਮੈਡੀਸਨ ਕਰਵਾ ਕੇ ਚੱਲ ਜਾਂਦੇ ਆ ਤਾਂ ਇਹਨਾਂ ਨੇ ਕਿਹਾ ਹੋਣਾ ਕਿ ਵਾਸ਼ਰੂਮ ਲੈ ਕੇ ਜਾਣਾ ਵਾ। ਪੇਸ਼ੈਂਟ ਵਾਸ਼ਰੂਮ 'ਚ ਗਿਰ ਗਿਆ, ਠੀਕ ਆ। ਤੇ ਫਿਰ ਮੈਂ ਵੀ ਚੱਲ ਗਈ
ਤੇ ਸਾਡੇ ਕਲਾਸ 4 ਸੀਗੇ, ਅਸੀਂ ਪੇਸ਼ੈਂਟ ਨੂੰ ਚੱਕਣ ਚੱਲ ਗਏ ਤੇ ਮੈਂ ਡਾਕਟਰ ਨੂੰ ਇਨਫੋਰਮ ਵੀ ਕੀਤਾ ਕਿ ਵੀ ਪੇਸ਼ੈਂਟ ਗਿਰ ਗਏ ਵੀ ਸਰ। ਕੀ ਨਾਮ ਸੀ ਡਾਕਟਰ ਸਾਹਿਬ ਦਾ ਜਿਹੜੇ ਡਾਕਟਰ ਮਨਿੰਦਰ। ਡਾਕਟਰ ਮਨਿੰਦਰ ਠੀਕ ਹੈ ਜੀ। ਨਕੋਦਰ ਤੋਂ ਆਏ ਸੀਗੇ, ਉਹਨਾਂ ਦੀ ਅੱਜ ਫਰਸਟ ਡੇ ਡਿਊਟੀ ਸੀ ਇੱਥੇ। ਠੀਕ ਹੈ ਜੀ। ਹਾਂਜੀ ਅੱਛਾ, ਪਹਿਲਾ ਦਿਨ ਹੀ ਸੀਗਾ ਅੱਜ? ਹਾਂਜੀ, ਅੱਜ ਫਰਸਟ ਡੇ ਸੀਗਾ ਉਹਨਾਂ ਦਾ। ਹਾਂਜੀ, ਫਸਟ ਡੇ ਸੀਗਾ ਉਹਨਾਂ ਫਿਰ ਨੂੰ। ਕੀ ਹੋਇਆ, ਤੁਸੀਂ ਉਹਨਾਂ ਨੂੰ ਕਿਹਾ? ਤੇ ਮੈਂ ਉਹਨਾਂ ਨੂੰ ਕਿਹਾ, ਫਿਰ ਇਸ ਤੋਂ ਬਾਅਦ ਫਿਰ ਅਸੀਂ ਪੇਸ਼ੈਂਟ ਦਾ ਬੀਪੀ ਵਗੈਰਾ ਚੈੱਕ ਕਰਨ ਲੱਗੇ। ਪਹਿਲਾਂ ਵਾਸ਼ਰੂਮ 'ਚ ਗਿਰੇ ਸੀਗੇ, ਮੈਂ ਰਜੇਸ਼ ਨੂੰ ਕਿਹਾ, ਫਿਰ ਪੇਸ਼ੈਂਟ ਨੂੰ ਚੱਕ ਕੇ ਪਾਇਆ, ਬੈੱਡ ਤੇ ਪਾਇਆ, ਫਿਰ ਉਹਨਾਂ ਦੇ ਵਾਈਟਲ ਸਾਈਨ ਚੈੱਕ ਕੀਤੇ, ਸਾਰਾ ਕੁਝ ਚੈੱਕ ਕੀਤਾ। ਤਾਂ ਫਿਰ ਅਸੀਂ ਉਹਨਾਂ ਨੇ ਕਿਹਾ ਸੀ ਵੀ ਰੈਫਰ ਕਰਨਾ, ਇਹਨਾਂ ਨੇ ਕਿਹਾ ਸੀ ਜਾਣਾ। ਫਿਰ ਡਾਕਟਰ ਨੂੰ ਵੀ ਮੈਂ ਇਨਫੋਰਮ ਕੀਤਾ ਸੀਗਾ, ਮੈਂ ਕਿਹਾ ਤੁਸੀਂ ਦੇਖ ਲਓ। ਉਹਨਾਂ ਨੂੰ ਆਲਰੇਡੀ ਪਤਾ ਸੀਗਾ ਸਾਰਾ ਕੁਝ। ਠੀਕ ਹੈ, ਡਾਕਟਰ ਸਾਹਿਬ ਨੇ ਕੁਝ ਨਹੀਂ ਕਿਹਾ ਤੇ ਉਹ ਦੇਖ ਰਹੇ ਸੀਗੇ। ਬਾਕੀ ਤੁਸੀਂ ਮੇਰੇ ਕਲਾਸ ਕੋਲ ਨੂੰ ਪੁੱਛ ਸਕਦੇ ਹੋ। ਹਾਂਜੀ ਭਾਜੀ, ਕੀ ਹੋਇਆ? ਇਹਨਾਂ ਦਾ ਪੇਸ਼ੈਂਟ ਸੀਗਾ ਆਪਣੇ ਬਡਾਲੇ ਤੋਂ ਆਏ ਇਹ। ਹਾਂਜੀ। ਇਹਨਾਂ ਦਾ ਪੇਸ਼ੈਂਟ ਇੱਥੇ ਬਡਾਲੇ ਦਾਖਲ ਸੀਗਾ ਹਾਂਜੀ ਤੇ ਉਹ ਵਾਸ਼ਰੂਮ 'ਚ ਗਿਆ, ਡਿੱਪਿਆ ਸੀ। ਇਹਨਾਂ ਦੇ ਨਾਲ ਚਕਾਇਆ ਅੰਦਰੋਂ ਪੇਸ਼ੈਂਟ ਨੂੰ। ਹਾਂਜੀ ਡਾਕਟਰ ਸਾਹਿਬ ਵੀ ਆਵਾਜ਼ ਵੀ ਮਾਰੀ, ਡਾਕਟਰ ਸਾਹਿਬ ਚੈੱਕ ਕਰ ਲਓ ਉਹਨਾਂ ਨੂੰ ਜਰਾ ਇੱਕ ਵਾਰੀ। ਉਹ ਨਹੀਂ ਉੱਠੇ, ਕੁਰਸੀ ਤੋਂ ਨਹੀਂ ਉੱਠੇ ਉਹ। ਹਾਂ ਹਾਂਜੀ ਠੀਕ ਹੈ ਜੀ। ਫਿਰ ਪੇਸ਼ੈਂਟ ਦੀ ਜਾਂਦੀ ਮੌਤ ਹੋ ਗਈ ਹੈ ਨਾ ਜੀ? ਹਾਂਜੀ, ਇੱਥੋਂ ਸਹੀ ਹੁੰਦਾ ਗਏ ਆ, ਇੱਥੋਂ ਜਿੱਦਾਂ ਹਾਂਜੀ। ਪੇਸ਼ੈਂਟ ਨੂੰ ਲੈ ਕੇ ਤਾਂ ਰਾਹ 'ਚ ਸਾਡੀ ਮਾਤਾ ਦਾ ਜਿੱਦਾਂ ਗਲੂਕੋਸ਼ ਤੇ ਲੱਗਦਾ ਉਹਨੂੰ ਟੋਲਟਾਂ ਹੀ ਲੱਗੀਆਂ ਸੀ, ਹੋਰ ਕੁਛ ਨਹੀਂ ਸੀ ਹੋਇਆ। ਅਸੀਂ ਉਹਨੂੰ ਇੱਥੇ ਦਾਖਲ ਕੀਤਾ ਸੀਗਾ। 2 ਦਿਨ ਵਧੀਆ ਰਹੀ ਆ, ਐਨ ਵਧੀਆ। ਤੀਜੇ ਦਿਨ ਵੀ ਵਧੀਆ ਰਹੀ ਆ। ਜਿੱਦਾਂ ਸ਼ਾਮ ਦਾ ਟਾਈਮ ਹੋਇਆ, ਗਲੂਕੋਜ਼ ਲਵਾਉਣ ਆਏ ਅਸੀਂ। ਗਲੂਕੋਜ਼ ਦੀਆਂ 2 ਬੋਤਲਾਂ ਲੱਗ ਗਈਆਂ ਤੇ ਉਦੋਂ ਬਾਅਦ 'ਚੋਂ ਕਹਿੰਦੇ ਮੈਂ ਬਾਥਰੂਮ ਜਾਣਾ। ਅਸੀਂ ਕਿਹਾ ਚੱਲ ਬਾਥਰੂਮ ਜਾਣਾ ਤਾਂ ਫਿਰ ਪੈਪ, ਉਹ ਕਹਿੰਦੀ ਮੈਨੂੰ ਇੱਦਾਂ ਬੋਤਲ ਲਾ ਕੇ ਫੜਾ ਦੇ। ਅਸੀਂ ਕਹਿੰਦੇ ਤੈਨੂੰ ਲਾ ਕੇ ਬੋਤਲ ਭੇਜ ਦਿੰਦੇ ਹਾਂ। ਬੋਤਲ ਲਾਈ ਤੇ ਅੰਦਰ ਭੇਜ ਦਿੱਤਾ। ਉਦੋਂ ਬਾਅਦ ਸਾਡੀ ਮਾਤਾ ਬਾਥਰੂਮ ਦੇ ਵਿੱਚ ਡਿੱਗ ਪੈਂਦੀ ਆ। ਡਿੱਗਦੀ ਸਾਰੇ ਅਸੀਂ ਬੜੀ ਔਖੇ ਮੁਸ਼ਕਲ ਦੇ ਨਾਲ ਲਿਆ ਕੇ ਨਾ ਬਾਹਰ ਬੈੱਡ ਤੇ ਪਾ ਦਿੱਤਾ ਉਹਨੂੰ, ਜਿਹੜਾ ਬੈੱਡ ਲੱਗੇ ਅੰਦਰ ਕਮਰਿਆਂ 'ਚ ਜਿੱਥੇ ਮਰੀਜ਼ ਪਾਉਂਦੇ ਉੱਥੇ ਪਾ ਦਿੱਤਾ। ਉਦੋਂ ਬਾਅਦ ਦੇ ਵਿੱਚ ਡਾਕਟਰ ਉੱਥੇ ਬੈਠਾ, ਡਾਕਟਰ ਨੇ ਕੋਈ ਕੇਅਰ ਨਹੀਂ ਕੀਤੀ। ਸਾਡੀ ਮਾਤਾ ਤੜਫੀ ਜਾਂਦੀ, ਕੋਈ ਕੇਅਰ ਨਹੀਂ ਕੀਤੀ, ਕੋਈ ਕੁਛ ਨਹੀਂ ਕੀਤਾ। ਡਾਕਟਰ ਨੇ ਇੱਥੇ ਤੱਕ ਕਿ ਨਬਜ਼ ਫੜ ਕੇ ਨਹੀਂ ਚੈੱਕ ਕੀਤੀ ਉਹਦੀ। ਸਾਨੂੰ ਲੱਗਾ ਵੀ ਡਾਕਟਰ ਹੈ ਨਹੀਂ ਗਾ, ਇਹ ਨਸ਼ੇ ਕੀਤੇ ਆ ਡਾਕਟਰ ਦੇ ਬਹੁਤ ਜ਼ਿਆਦਾ। ਅਸੀਂ ਮਾਤਾ ਨੂੰ ਚੱਕ ਕੇ ਦੂਜੇ ਅਸੀਂ ਕਿਹਾ ਵੀ ਦੂਜੇ ਹਸਪੀਟਲ ਲੈ ਕੇ ਚੱਲਦੇ ਹਾਂ। ਉਹ ਡਾਕਟਰ ਨੇ ਫੇਰ ਵੀ ਨਹੀਂ ਪੁੱਛਿਆ ਸਾਨੂੰ। ਸਾਡੀ ਕੋਈ ਇੱਥੇ ਦੂਜੀ ਕੇਅਰ ਨਹੀਂ ਹੋਈ ਹੈਗੀ। ਉਹ ਡਾਕਟਰ ਨੂੰ ਜਾਣੀ ਕਿ ਨੌਕਰੀ ਤੋਂ ਲਾਇਆ ਜਾਵੇ। ਸਾਡੀ ਇਹੀ ਬੇਨਤੀ ਹੈ ਵੀ ਅੱਜ ਸਾਡੇ ਨਾਲ ਹੋਈ ਆ, ਕੱਲ੍ਹ ਨੂੰ ਕਿਸੇ ਹੋਰ ਦੇ ਨਾਲ ਨਾ ਹੋਵੇ। ਬਸ ਸਾਡੀ ਇਹੀ ਬੇਨਤੀ ਹੈ। ਹਾਂਜੀ ਹਾਂਜੀ, ਡਾਕਟਰ ਦੀ ਅਣਗਹਿਲੀ ਕਰਨ ਦੇ ਨਾਲ ਸਾਡੀ ਮਾਤਾ ਪੂਰੀ ਹੋਈ। ਨਹੀਂ ਤਾਂ ਮਾਤਾ ਸਾਡੀ ਨੂੰ ਕੁਛ ਵੀ ਨਹੀਂ ਹੋਇਆ। ਰੋਟੀ ਪਾਣੀ ਸਭ ਕੁਝ ਖਾਧਾ ਆ। ਮੈਂ ਚੰਗੇ ਭਲੇ ਸਾਰੀਆਂ ਗੱਲਾਂ ਕੀਤੀਆਂ, ਸਟਾਫ ਦੇ ਨਾਲ ਗੱਲਾਂ ਕੀਤੀਆਂ, ਸਟਾਫ ਦੀ ਵੀਡੀਓ ਬਣਾਈ ਆ, ਉਹਨਾਂ ਨੂੰ ਪੁੱਛ ਲਿਓ ਭਾਵੇਂ। ਕੋਈ ਇਦਾਂ ਦਾ ਚੱਕਰ ਨਹੀਂ ਹੈਗਾ। ਸਾਰੀ ਗਲਤੀ ਡਾਕਟਰ ਦੀ ਆ, ਹੋਰ ਕਿਸੇ ਦੀ ਕੋਈ ਗੱਲ। ਕੋਈ ਰੈਫਰ ਨਹੀਂ ਕੀਤਾ ਭਾਜੀ। ਝੂਠ ਬੋਲਣ ਨੂੰ ਬਾਅਦ 'ਚ ਜੋ ਮਰਜ਼ੀ ਬੋਲੀ ਜਾਣ, ਜੋ ਮਰਜ਼ੀ। ਆਪਣੇ ਬਚਾਅ ਨੂੰ ਬਹੁਤ ਕੁਛ ਕਰਨਾ ਪੈਂਦਾ, ਬਹੁਤ ਕੁਛ ਕਹਿੰਦੇ ਆ, ਪਰ ਰੈਫਰ ਨਹੀਂ ਕੀਤਾ ਸਾਨੂੰ। ਸਾਡੇ ਸਾਈਨ ਕਿੱਥੇ ਆ ਦਿਖਾਲ ਦੇਣਾ ਵੀ ਹਾਂ ਵੀ ਇੱਥੇ ਤੁਹਾਡੇ ਸਾਈਨ ਆ, ਜਿੱਥੇ ਰੈਫਰ ਕੀਤਾ ਦਿਖਾਲ ਦੇਣ। ਕਿਸੇ ਨੇ ਸਾਨੂੰ ਰੈਫਰ ਨਹੀਂ ਕੀਤਾ ਹੈਗਾ। ਬਾਅਦ 'ਚ ਬੰਦਾ ਬਿਆਨ ਬਦਲ ਨੂੰ ਬਹੁਤ ਕੁਝ ਬਦਲ ਲੈਂਦੇ ਆ ਜੀ। ਨਹੀਂ, ਡੈੱਡ ਬੋਡੀ ਰਾਹ 'ਚ ਪੂਰੀ ਹੋ ਗਈ, ਚੈੱਕ ਕਰਾਉਂਦੇ ਪਹੁੰਚਣੇ ਨਹੀਂ ਗਏ ਹੈਗੇ। ਇੱਥੇ ਰੱਖੀ ਆ ਡੈੱਡ ਬੋਡੀ ਹਸਪੀਟਲ। ਹਾਂਜੀ ਹਾਂਜੀ, ਬਡਾਲੇ ਹੀ ਆ। ਜਾਣੀ ਕਿ ਇਹਨੂੰ ਨੌਕਰੀ ਤੋਂ ਲਾਇਆ ਜਾਵੇ, ਕਿਤੇ ਨਾ ਜਾਣੀ ਕਿ ਲੱਗ ਸਕੇ। ਅੱਜ ਸਾਡੇ ਨਾਲ ਇਦਾਂ ਹੋਈ ਆ ਤਾਂ ਕੱਲ੍ਹ ਨੂੰ ਕਿਸੇ ਹੋਰ ਨਾਲ ਵੀ ਹੋ ਸਕਦੀ ਆ। ਸਾਡੀ ਇਹ ਮੰਗ ਆ ਵੀ ਇਹ ਨੌਕਰੀ 'ਚੋਂ ਬੰਦਾ ਲੈਣਾ ਚਾਹੀਦਾ। ਸਾਡੀ ਹੋਰ ਕੋਈ ਮੰਗ ਨਹੀਂ ਹੈਗੀ। ਇਹ ਨਹੀਂ ਹੈਗਾ ਵੀ ਇੱਥੋਂ ਹੀ ਅਸੀਂ ਕੱਢਣਾ ਚਾਹੁੰਦੇ ਹਾਂ। ਅਸੀਂ ਸਾਰੇ ਹਸਪੀਟਲਾਂ 'ਚ ਇਹਨੂੰ ਰੱਖਣਾ ਨਹੀਂ ਚਾਹੁੰਦੇ, ਕਿਤੇ ਵੀ ਨਾ ਜਾਵੇ। ਕਿਉਂਕਿ ਇੱਕ ਤਾਂ ਚਿੱਟਾ ਪੀਂਦਾ ਆ। ਅਸੀਂ ਰਾਤੀ ਵੀ ਦੱਸਿਆ ਸੀਗਾ, ਚੰਡੀਗੜ੍ਹ ਵੀ ਕੰਪਲੇਂਟ ਕੀਤੀ ਅਸੀਂ ਕਾਲ ਕਰਕੇ 104 ਨੰਬਰ ਤੇ, ਉਹਨੇ ਵੀ ਕੰਪਲੇਂਟ ਸਾਡੀ ਲਿਖੀ ਹੈ। ਦੇਖੋ ਜੀ, ਰਾਤ ਮੈਨੂੰ ਕਰੀਬ 9 ਵਜੇ ਜਗਤਾਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਫੋਨ ਕੀਤਾ ਕਿ ਸਰਪੰਚ ਸਾਹਿਬ ਹਸਪੀਟਲ ਆਇਓ, ਇੱਥੇ ਇੱਕ ਡਾਕਟਰ ਆ ਜੋ ਕਿ ਸ਼ਰਾਬ ਨਾਲ ਰੱਜਿਆ ਪਿਆ। ਤੇ ਅਸੀਂ ਜਦੋਂ ਮੈਂ ਆਇਆ ਤਾਂ ਮੈਨੂੰ ਪਤਾ ਲੱਗਾ ਵੀ ਇਹਨਾਂ ਦੇ ਜਗਤਾਰ ਸਿੰਘ ਦੀ ਮਾਈ ਜਿਹੜੀ ਸੀਗੀ ਉਹ ਇੱਥੇ ਐਡਮਿਟ ਸੀਗੀ ਤੇ ਉਹ ਇੱਕ ਬਾਥਰੂਮ ਕਰਨ ਗਈ ਤਾਂ ਬਾਥਰੂਮ ਵਿੱਚ ਡਿੱਗ ਪਈ। ਪਰ ਇੱਥੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੇ ਉਹਨੂੰ ਚੱਕ ਕੇ ਲਿਆਂਦਾ ਬੈੱਡ ਤੇ, ਪਰ ਡਾਕਟਰ ਸਾਹਿਬ ਆਪਣੀ ਚੇਅਰ ਤੋਂ ਟਸ-ਮਸ ਨਹੀਂ ਹੋਏ। ਸੋ ਡਾਕਟਰ ਦੀ ਅਣਗਹਿਲੀ ਕਾਰਨ ਰਾਤ ਸਾਡੇ ਇੱਕ ਕੀਮਤੀ ਜਾਨ ਗਈ। ਤਾਂ ਮੈਂ ਜਦੋਂ ਇੱਥੇ ਆ ਕੇ ਦੇਖਿਆ ਤਾਂ ਡਾਕਟਰ ਨੂੰ ਬੁਲਾਇਆ ਤਾਂ ਡਾਕਟਰ ਇੱਥੋਂ ਫਰਾਰ ਹੋ ਗਿਆ ਸੀਗਾ। ਤਾਂ ਮੈਂ ਸਰਕਾਰ ਪਾਸੋਂ ਮੰਗ ਕਰੂੰਗਾ ਕਿ ਇਹੋ ਜਿਹੇ ਡਾਕਟਰ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਅੱਗੇ ਤੋਂ ਇਦਾਂ ਦੀ ਜਾਨ ਨਾ ਜਾਵੇ। ਦੇਖੋ ਜੀ, ਸੱਤਿਆ ਦੇਵੀ ਜਿਹੜੇ ਸੀਗੇ ਮੈਡਮ ਜੀ, ਇਹ 1 ਤਰੀਕ ਨੂੰ 1/7/2022 ਨੂੰ ਆਏ ਨੇ ਤੇ 3/7 ਨੂੰ ਉਹਨਾਂ ਦਾ 8:16 ਤੇ ਉਹ ਡਿੱਗੇ ਨੇ ਬਾਥਰੂਮ 'ਚ ਤੇ ਨਾਲੋਂ ਨਾਲ ਡਾਕਟਰ ਸਾਹਿਬ ਨੇ ਉਹਨੂੰ ਰੈਫਰ ਕਰ ਦਿੱਤਾ ਜਲੰਧਰ ਲਈ। ਐਂਡ ਜਲੰਧਰ ਲਿਜਾਂਦਿਆਂ ਉਹਨਾਂ ਦੀ ਡੈਥ ਹੋ ਗਈ ਹੈ। ਐਂਡ ਸਾਰਾ ਔਨ ਰਿਕਾਰਡ ਸਾਡੇ ਕੋਲ ਸਾਰੀ, ਕਿਉਂਕਿ ਦੇਖੋ ਜਿਹੜਾ ਡਾਕਟਰ ਔਨ ਡਿਊਟੀ ਹੁੰਦਾ ਉਹਨੇ ਸਾਰਾ ਕੁਝ ਦੇਖਣਾ ਹੁੰਦਾ। ਐਂਡ ਔਨ ਰਿਕਾਰਡ ਜੋ ਮੇਰੇ ਕੋਲ ਰਿਕਾਰਡ ਹੈ, ਮੇਰੇ ਅਕੋਰਡਿੰਗਲੀ ਸਾਰਾ ਕੁਝ ਉਹਨਾਂ ਦਾ ਹੋਇਆ ਵਾ ਹੈਗਾ।
ਤੁਹਾਡੇ ਜਿਹੜਾ ਸਟਾਫ ਹੈ ਉਹਨਾਂ ਨੇ ਵੀ ਕਿਹਾ ਵੀ ਜਿਹੜੇ ਡਾਕਟਰ ਦਾ ਦੋਸ਼ ਹੈ ਵੀ ਉਹਨਾਂ ਨੇ ਚੈੱਕਅਪ ਨਹੀਂ ਕੀਤਾ ਉੱਥੇ ਨਹੀਂ ਗਏ ਚੈੱਕ ਡਾਕਟਰ ਸਾਹਿਬ ਨੇ ਸ਼ਰਾਬ ਪੀਤੀ ਸੀ। ਦੇਖੋ ਜਿਹੜੀ ਔਨ ਦੀ ਸਪੋਰਟ ਮੈਨੂੰ ਜਦੋਂ ਸਰਪੰਚ ਸਾਹਿਬ ਦਾ ਫੋਨ ਆਇਆ ਕਿ ਡਾਕਟਰ ਸਾਹਿਬ ਸਹੀ ਹਾਲਤ 'ਚ ਨਹੀਂ ਹੋ, ਮੈਂ ਪੂਰੇ 11 ਵਜੇ ਇੱਥੇ ਪਹੁੰਚ ਗਿਆ ਐਂਡ ਡਾਕਟਰ ਸਾਹਿਬ ਜਿਹੜੇ ਸੀਗੇ ਉਹ ਡਿਊਟੀ ਤੇ ਨਹੀਂ ਸੀਗੇ ਐਂਡ ਮੈਂ ਸਿਸਟਰ ਜੀ ਨਾਲ ਗੱਲ ਕੀਤੀ ਹੈ। ਸਿਸਟਰ ਜੀ ਨੇ ਮੈਨੂੰ ਦੱਸਿਆ ਕਿ ਵੀ ਪੇਸ਼ੈਂਟ ਅਸੀਂ ਰੈਫਰ ਕਰ ਦਿੱਤਾ ਐਂਡ ਡਾਕਟਰ ਹੀ ਇਜ਼ ਨੋਟ ਔਨ ਡਿਊਟੀ, ਹੀ ਵਾਜ਼ ਨੋਟ ਪ੍ਰੈਜ਼ੈਂਟ ਦੇਅਰ ਐਂਡ ਮੈਂ 12 ਵਜੇ ਤੱਕ 1 ਵਜੇ ਤੱਕ ਸਾਰੇ ਪਤਵੰਤੇ ਸੱਜਣਾਂ ਨਾਲ ਈਵਨ ਸਰਪੰਚ ਸਾਹਿਬ ਨਾਲ 1 ਵਜੇ ਤੱਕ ਬੈਠਾ ਰਿਹਾ ਐਂਡ ਮੈਂ ਉਹਨਾਂ ਨੂੰ ਸਾਰਿਆਂ ਨੂੰ ਸੈਟੀਸਫਾਈ ਕੀਤਾ ਕਿ ਵੀ ਇੱਥੇ ਜੇ ਕੋਈ ਅਣਗਹਿਲੀ ਹੋਈ ਹੈ ਤੇ ਉਹਦੀ ਰਿਸਪੌਂਸਿਬਿਲਟੀ ਉਸ ਡਾਕਟਰ ਦੀ ਹੋਊਗੀ। ਠੀਕ ਹੈ ਜੀ। ਤੁਸੀਂ ਮੰਨਦੇ ਵੀ ਡਾਕਟਰ ਦੀ ਅਣਗਹਿਲੀ ਹੈ? ਉਹਨਾਂ ਨੂੰ ਵੀਡੀਓ ਦਿਖਾਈ, ਵੀਡੀਓ ਵਿੱਚ ਹਾਲਾਤ ਉਹਦੇ ਸਹੀ ਨਹੀਂ। ਸਰ ਮੈਂ ਵੀਡੀਓ ਨਹੀਂ ਦੇਖੀ ਹੈਗੀ ਜੀ, ਕਿਉਂਕਿ ਜਦੋਂ ਮੈਂ ਆਇਆ ਵਾਂ 11 ਵਜੇ ਰਾਤ ਦੇ 11 ਵਜੇ ਹੀ ਵਾਜ਼ ਨੋਟ ਔਨ ਡਿਊਟੀ। ਉਹ ਜਿਹੜਾ ਡਾਕਟਰ ਔਨ ਡਿਊਟੀ ਹੈਗਾ ਆ ਉਹ ਪਿੰਡ ਵਾਲਾ ਦਾ ਦੋਸ਼ ਹੈਗਾ ਵੀ ਨਸ਼ੇ ਦੀ ਹਾਲਤ ਵਿੱਚ ਸੀਗਾ, ਜਿਵੇਂ ਤੁਸੀਂ ਵੀ ਹੁਣ ਬਿਆਨ ਕਰ ਰਹੇ ਹੋ ਵੀ ਉਹ ਉਸ ਵੇਲੇ ਡਿਊਟੀ ਤੇ ਨਹੀਂ ਸੀਗਾ। ਹਾਂਜੀ ਬਿਲਕੁਲ ਜੀ। ਉਹਦੇ ਕੋਲ ਕੀ ਵਿਭਾਗੀ ਕਾਰਵਾਈ? ਦੇਖੋ ਜੀ ਅਸੀਂ ਤਾਂ ਰਿਟਰਨ ਮੈਂ ਨਾਲੋਂ ਨਾਲ ਜਦੋਂ ਮੈਨੂੰ ਇੱਥੋਂ ਫੋਨ ਆਇਆ ਸਰਪੰਚ ਸਾਹਿਬ ਦਾ ਮੈਂ ਨਾਲੋਂ ਨਾਲ ਡੀਐਫਪੀਓ ਕਿਉਂਕਿ ਸਿਵਲ ਸਰਜਨ ਸਾਹਿਬ ਨੇ ਫੋਨ ਨਹੀਂ ਚੱਕਿਆ, ਮੈਂ ਡੀਐਫਪੀਓ ਡਾਕਟਰ ਰਮਨ ਗੁਪਤਾ ਨੇ ਮੈਂ ਉਹਨਾਂ ਨੂੰ 9:55 ਤੇ ਆ ਮੇਰੇ ਕੋਲ ਹੱਲੇ ਵੀ ਹੈਗੀ ਹੈ ਜੀ ਕਾਲ ਡਿਟੇਲ, ਮੈਂ 9:55 ਤੇ ਉਹਨਾਂ ਨੂੰ ਫੋਨ ਕਰ ਦਿੱਤਾ ਕਿ ਵੀ ਇੱਥੇ ਜਿਹੜਾ ਡਾਕਟਰ ਹੈਗਾ ਹੀ ਇਜ਼ ਐਬਸੈਂਟ ਫਰੋਮ ਡਿਊਟੀ ਐਂਡ ਉਹਨੇ ਉਹ ਜਿੱਦਾਂ ਸਾਰਿਆਂ ਨੇ ਦੱਸਿਆ ਕਿ ਵੀ ਉਹ ਨਸ਼ੇ ਦੀ ਹਾਲਤ 'ਚ ਹੈ। ਮੈਂ ਨਾਲੋਂ ਨਾਲ ਉਹਨਾਂ ਨੂੰ ਦੱਸਿਆ ਐਂਡ ਮੇਰੇ ਕੋਲ ਕਾਲ ਰਿਕਾਰਡ ਵੀ ਆ ਐਂਡ ਮੇਰੇ ਕੋਲ ਆ ਦੇਖੋ ਮੈਂ ਜਦੋਂ ਇਸ ਵਿਭਾਗੀ ਕਾਰਵਾਈ ਕਰੋਗੇ ਡਾਕਟਰ ਦੀ? ਬਿਲਕੁਲ ਬਿਲਕੁਲ ਹੋਏਗੀ ਜੀ। ਵਿਭਾਗੀ ਕਾਰਵਾਈ ਕਿਉਂ ਨਹੀਂ ਹੋਊਗੀ? ਅਸੀਂ ਇੱਥੇ ਦੁਨੀਆ ਨੇ ਬਿਠਾਏ ਆ ਕੰਮ ਕਰਨ ਲਈ, ਨਾ ਕਿ ਅਸੀਂ ਆਹ ਦੂਜੇ ਪੰਗਿਆਂ 'ਚ ਪੈਣ ਲਈ ਬਿਠਾਏ ਆ। ਆ ਲਓ ਆ ਡਾਕਟਰ ਰਮਨ ਦਾ 9:57 ਤੇ ਫੋਨ ਆ ਜੀ। ਤੁਸੀਂ ਉਹਨੂੰ ਦੱਸ ਦਿੱਤਾ ਜੀ? ਬਿਲਕੁਲ ਬਿਲਕੁਲ ਜੀ, ਮੈਂ ਸਾਰਾ ਕੁਝ ਦੱਸਿਆ ਜੀ, ਪੂਰੀ ਡਿਟੇਲ ਮੈਂ ਰਾਤੀ ਦੱਸ ਦਿੱਤੀ ਸੀ ਐਂਡ ਰਾਤੀ ਮੈਂ ਇੱਥੇ 2 ਘੰਟੇ ਬੈਠਾ ਰਿਹਾ, ਸਰਪੰਚ ਸਾਹਿਬ ਗਵਾਹ ਨੇ, ਮੈਂ ਸਾਰਾ ਕੁਝ ਇੱਥੇ ਕਰਕੇ ਜਦੋਂ ਫਿਰ ਮੈਨੂੰ ਲੱਗਿਆ ਕਿ ਵੀ ਐਵਰੀਥਿੰਗ ਇਜ਼ ਓਕੇ ਫਿਰ ਮੈਂ ਇੱਥੋਂ ਗਿਆ, ਨਹੀਂ ਤਾਂ ਮੈਂ ਇੱਥੋਂ ਜਾਣਾ ਹੀ ਨਹੀਂ ਸੀ ਜੀ। ਡਾਕਟਰ ਜੀ ਨੂੰ ਵੀ ਗੱਲਬਾਤ ਹੋਈ ਸੀ ਕਿ ਮੈਂ ਘਰੇਲੂ ਟੈਨਸ਼ਨ ਆ ਜਾਂ ਮੋਟੀਵੇਸ਼ਨ ਚੱਲਦੀ? ਉਹ ਸਰ ਉਹ ਪਹਿਲਾਂ ਤਾਂ ਐਂਟੀ ਡਿਪਰੈਸ਼ਨ ਦੀ ਕੋਈ ਦਵਾਈ ਖਾਂਦਾ ਪਿਆ, ਮੈਨੂੰ ਕੋਈ ਉਹਦੀ ਡਿਟੇਲ ਨਹੀਂ ਪਤਾ ਹੈਗੀ। ਇਹ ਆ ਉਹਨਾਂ ਨੇ ਆਪ ਕਿਹਾ ਵਾ ਕਿ ਵੀ ਮੈਨੂੰ ਘਰੇਲੂ ਟੈਨਸ਼ਨ ਆ ਤੇ ਮੈਂ ਦਵਾਈਆਂ ਖਾਂਦਾ ਪਿਆ ਐਂਡ ਮੈਂ ਤੁਹਾਡੇ ਸਾਹਮਣੇ ਉਹਨਾਂ ਨੂੰ ਬਿਠਾਇਆ ਸੀਗਾ, ਹੁਣ ਉਹ ਪਤਾ ਨਹੀਂ ਕਿੱਥੇ ਚਲੇ ਗਏ ਆ। ਗਲਤੀ ਤਾਂ ਮੰਨਦਾ ਜੀ, ਮੇਰੀ ਗਲਤੀ ਹੋ ਗਈ। ਬਿਲਕੁਲ ਗਲਤੀ ਹੈ ਜੀ।